जी का खालसा वाहिगुरु जी की फतेह। जीवन बिरतांत गुरु तेग बहादुर साहिब जी। लेखक प्रोफैसर साहिब सिंह। आवाज संदीप सिंह खालड़ा। कांड दूजा पूर्ब वल दौरा। औरंगजेब दी मजहबी नीति 31 जुलाई 1658 ਨੂੰ ਔਰੰਗਜ਼ੇਬ ਨੇ ਦਿੱਲੀ ਵਿੱਚ ਆਪਣੀ ਤਾਜਪੋਸ਼ੀ ਦੀ ਰਸਮ ਅਦਾ ਕੀਤੀ। ਇਹ ਤਖਤ ਉਸਨੇ ਬੜੇ ਮਹਿੰਗੇ ਪਾ ਲਿਆ ਸੀ। ਰਾਜ ਦੀ ਖਾਤਰ ਔਰੰਗਜ਼ੇਬ ਨੇ ਆਪਣੇ ਪਿਓ ਸ਼ਾਹ ਜਹਾਨ ਨੂੰ ਆਗਰੇ ਦੇ ਕਿਲੇ ਵਿੱਚ 18 ਜੂਨ 1658 ਨੂੰ ਕੈਦ ਕੀਤਾ। ਵੱਡੇ ਭਰਾ ਦਾਰਾ ਸ਼ਿਕੋਹ ਨੂੰ ਘਰੋਂ ਬੇਘਰ ਕਰਕੇ ਜੀ ਭਿਆਣੇ ਨੂੰ ਪੰਜਾਬ ਵੱਲ ਭਜਾਇਆ ਅਤੇ ਆਪਣੇ ਸਾਥੀ ਛੋਟੇ ਭਰਾ ਮੁਰਾਦ ਨਾਲ ਬੇਵਫਾਈ ਕਰਕੇ ਉਸ ਨੂੰ 5 ਜੁਲਾਈ 1658 ਨੂੰ ਮਥੁਰਾ ਪਹੁੰਚ ਕੇ ਕੈਦ ਕਰ ਲਿਆ। ਇਹਨਾਂ ਕਰਤੂਤਾਂ ਕਰਕੇ ਔਰੰਗਜ਼ੇਬ ਦੇ ਰਾਜਸੀ ਆਚਰਣ ਬਾਰੇ ਲੋਕਾਂ ਦੀ ਰਾਏ ਚੰਗੀ ਨਹੀਂ ਹੋ ਸਕਦੀ ਸੀ। ਕੁਦਰਤੀ ਗੱਲ ਸੀ ਕਿ ਮੁਸਲਮਾਨ ਵੀ ਉਸ ਦੀਆਂ ਇਹਨਾਂ ਹਰਕਤਾਂ ਨੂੰ ਪਸੰਦ ਨਾ ਕਰਨ। ਹਿੰਦੂਆਂ ਨੂੰ ਤਾਂ ਮੁਗਲਾਂ ਨੇ ਤਲਵਾਰ ਦੇ ਜ਼ੋਰ ਦਬਾਇਆ ਹੋਇਆ ਸੀ, ਉਹਨਾਂ ਪਾਸੋਂ ਕੋਈ ਡਰ ਖਤਰਾ ਹੀ ਨਹੀਂ ਸੀ। ਪਰ ਮੁਸਲਮਾਨਾਂ ਦੀ ਹਮਦਰਦੀ ਹਾਸਲ ਕਰਨੀ ਔਰੰਗਜ਼ੇਬ ਵਾਸਤੇ ਜ਼ਰੂਰੀ ਸੀ। ਇਸ ਦਾ ਸਭ ਤੋਂ ਸੌਖਾ ਤਰੀਕਾ ਇਹ ਸੀ ਕਿ ਉਹ ਆਪਣੇ ਆਪ ਨੂੰ ਇਸਲਾਮ ਦਾ ਰਾਖਾ ਅਤੇ ਪੱਕਾ ਮੁਸਲਮਾਨ ਸਾਬਤ ਕਰੇ। ਸੋ ਉਸਨੇ ਸਹਿਜੇ ਸਹਿਜੇ ਹਿੰਦੂ ਧਰਮ ਉੱਤੇ ਹੱਥ ਪਾਉਣਾ ਸ਼ੁਰੂ ਕਰ ਦਿੱਤਾ। 10 ਮਾਰਚ 1659 ਨੂੰ ਔਰੰਗਜ਼ੇਬ ਨੇ ਬਨਾਰਸ ਸ਼ਹਿਰ ਆ ਕੇ ਫਰਮਾਨ ਜਾਰੀ ਕੀਤਾ ਕਿ ਹਿੰਦੂਆਂ ਦੇ ਪੁਰਾਣੇ ਮੰਦਰਾਂ ਨੂੰ ਨਾ ਛੇੜਿਆ ਜਾਏ, ਪਰ ਨਵੇਂ ਮੰਦਰ ਬਣਨ ਨਾ ਦਿੱਤੇ ਜਾਣ। ਸਗੋਂ ਜਦੋਂ ਹਿੰਦੂ ਇਸ ਹੁਕਮ ਨੂੰ ਸਹਿ ਗਏ ਤਾਂ ਸੰਨ 1664 ਵਿੱਚ ਇੱਕ ਨਵਾਂ ਹੁਕਮ ਜਾਰੀ ਕੀਤਾ ਗਿਆ ਕਿ ਪੁਰਾਣੇ ਮੰਦਰਾਂ ਦੀ ਮੁਰੰਮਤ ਨਾ ਹੋਣ ਦਿੱਤੀ ਜਾਏ। ਪੂਰਬੀ ਬੰਗਾਲ ਅਤੇ ਉੜੀਸਾ ਪ੍ਰਾਂਤ ਵਾਲੇ ਪਾਸੇ ਵਾਮ ਮਾਰਗੀ ਦਾ ਵੀ ਅੰਦਰੇ ਅੰਦਰ ਬੜਾ ਜ਼ੋਰ ਸੀ। ਕਈ ਮੰਦਰ ਵੀ ਐਸੇ ਸਨ ਜਿੱਥੇ ਮੂਰਤੀਆਂ ਬਣਾ ਕੇ ਅਯੋਗ ਜਿਹੇ ਆਸਨ ਵਿਖਾਏ ਗਏ ਸਨ। ਗੈਰਤ ਵਾਲੇ ਹਰੇਕ ਬੰਦੇ ਵਾਸਤੇ ਇਹ ਗੱਲ ਅਸਹਿ ਹੁੰਦੀ ਹੈ ਕਿ ਇਸ ਤਰ੍ਹਾਂ ਖੁੱਲਮ ਖੁੱਲਾ ਦੁਰਾਚਾਰ ਦਾ ਪ੍ਰਚਾਰ ਕੀਤਾ ਜਾਏ। ਔਰੰਗਜ਼ੇਬ ਨੇ ਹੁਕਮ ਦੇ ਦਿੱਤਾ ਕਿ ਪੂਰਬੀ ਬੰਗਾਲ ਅਤੇ ਉੜੀਸਾ ਪ੍ਰਾਂਤ ਦੇ ਸਾਰੇ ਹੀ ਮੰਦਰ ਢਾਹ ਦਿੱਤੇ ਜਾਣ। ਬਾਦਸ਼ਾਹ ਵੱਲੋਂ ਇਸ਼ਾਰੇ ਦੀ ਹੀ ਲੋੜ ਸੀ। ਇਸ ਦਾ ਅਸਰ ਬਾਕੀ ਪ੍ਰਾਂਤਾਂ ਉੱਤੇ ਵੀ ਪੈਣਾ ਸ਼ੁਰੂ ਹੋ ਗਿਆ। ਜਦੋਂ ਬੰਗਾਲ ਦੇ ਗਵਰਨਰ ਮੀਰ ਜੁਮਲਾ ਨੇ 19 ਦਸੰਬਰ 1661 ਨੂੰ ਕੂਚ ਬਿਹਾਰ ਦੀ ਰਾਜਧਾਨੀ ਉੱਤੇ ਕਬਜ਼ਾ ਕੀਤਾ ਤਾਂ ਉਸ ਨੇ ਸ਼ਹਿਰ ਦੇ ਸਾਰੇ ਮੰਦਰ ਢਹਾ ਦਿੱਤੇ। ਨਾਰਾਇਣ ਦੀ ਮੂਰਤੀ ਉਸ ਨੇ ਆਪਣੇ ਹੱਥੀਂ ਕੁਹਾੜੀ ਨਾਲ ਢਾਹੀ। ਸ਼ਹਿਰਾਂ ਵਿੱਚ ਚੁੰਗੀ ਮਸੂਲ ਲਿਆ ਜਾਂਦਾ ਹੈ ਜੋ ਸ਼ਹਿਰ ਦੇ ਕੇਂਦਰੀ ਖਜ਼ਾਨੇ ਤੋਂ ਸਾਰੇ ਸ਼ਹਿਰ ਵਾਸੀਆਂ ਦੀ ਸਿਹਤ ਸਫਾਈ ਆਦਿਕ ਹਰ ਕਿਸਮ ਦੀ ਭਲਾਈ ਵਾਸਤੇ ਵਰਤਿਆ ਜਾਂਦਾ ਹੈ। ਸ਼ਹਿਰ ਨਿਵਾਸੀ ਕਿਸੇ ਵੀ ਧਰਮ ਮਜ਼ਹਬ ਦਾ ਹੋਵੇ, ਬਿਨਾਂ ਕਿਸੇ ਵਿਤਕਰੇ ਦੇ ਹਰੇਕ ਦੀ ਭਲਾਈ ਮੁੱਖ ਰੱਖੀ ਜਾਂਦੀ ਹੈ। ਪਰ ਔਰੰਗਜ਼ੇਬ ਨੇ 10 ਅਪ੍ਰੈਲ ਸੰਨ 1665 ਨੂੰ ਹੁਕਮ ਜਾਰੀ ਕੀਤਾ ਕਿ ਮੁਸਲਮਾਨਾਂ ਪਾਸੋਂ ਚੁੰਗੀ ਮਸੂਲ 2.5% ਲਿਆ ਜਾਏ ਅਤੇ ਹਿੰਦੂਆਂ ਪਾਸੋਂ 5%। ਕੁਝ ਚਿਰ ਪਿੱਛੋਂ ਮੁਸਲਮਾਨਾਂ ਪਾਸੋਂ ਇਹ ਮਸੂਲ ਉੱਕਾ ਹੀ ਬੰਦ ਕਰ ਦਿੱਤਾ ਗਿਆ। ਮਥੁਰਾ ਵਿੱਚ ਸ਼੍ਰੀ ਕੇਸ਼ਵ ਰਾਏ ਦਾ ਇੱਕ ਉੱਘਾ ਮੰਦਰ ਸੀ। ਦਾਰਾ ਸ਼ਿਕੋਹ ਨੇ ਉਸ ਮੰਦਰ ਦੇ ਦੁਆਲੇ ਪੱਥਰ ਦਾ ਇੱਕ ਸੋਹਣਾ ਜੰਗਲਾ ਲਵਾ ਦਿੱਤਾ ਹੋਇਆ ਸੀ। ਔਰੰਗਜ਼ੇਬ ਨੇ 14 ਅਕਤੂਬਰ ਸੰਨ 1666 ਨੂੰ ਹੁਕਮ ਜਾਰੀ ਕੀਤਾ ਕਿ ਉਹ ਜੰਗਲਾ ਢਹਾ ਦਿੱਤਾ ਜਾਏ। ਜਨਵਰੀ
1670 ਵਿੱਚ ਰਮਜ਼ਾਨ ਦੇ ਮਹੀਨੇ ਉਹ ਸਾਰਾ ਮੰਦਰ ਹੀ ਗਿਰਾ ਦਿੱਤਾ ਗਿਆ ਸੀ। ਪਾੜ ਕੇ ਰਾਜ ਕਰਨ ਦੀ ਨੀਤੀ, ਧਾਰਮਿਕ ਤੰਗਦਿਲੀ ਦੇ ਦ੍ਰਿਸ਼ਟੀਕੋਣ ਤੋਂ ਇਹ ਸਖਤੀਆਂ ਸਿਰਫ ਔਰੰਗਜ਼ੇਬ ਦੇ ਵੇਲੇ ਹੀ ਸ਼ੁਰੂ ਨਹੀਂ ਹੋਈਆਂ ਸਨ। ਜਦੋਂ ਤੋਂ ਮੁਸਲਮਾਨਾਂ ਨੇ ਹਿੰਦੁਸਤਾਨ ਵਿੱਚ ਪੈਰ ਪਾਇਆ ਸੀ, ਅਜਿਹੇ ਕਾਰੇ ਹੁੰਦੇ ਹੀ ਆ ਰਹੇ ਸਨ। ਪਰ ਨਿਰੇ ਤਲਵਾਰ ਦੇ ਦਾਬੇ ਨਾਲ ਜ਼ੁਲਮ ਬਹੁਤਾ ਚਿਰ ਆਪਣਾ ਸਹਿਮ ਕਾਇਮ ਨਹੀਂ ਰੱਖ ਸਕਦਾ। ਹਿੰਦੂ ਕੌਮ ਦੇ ਧਾਰਮਿਕ ਨੇਤਾ ਬ੍ਰਾਹਮਣ ਲੋਕ ਸਨ। ਹਿੰਦੂ ਜਨਤਾ ਨੇ ਆਪਣੇ ਸਾਰੇ ਜੀਵਨ ਦੀਆਂ ਲੋੜਾਂ ਸਮੇਂ, ਸਭ ਰੀਤਾਂ ਰਸਮਾਂ ਦੇ ਨਜਿੱਠਣ ਸਮੇਂ ਅਤੇ ਹਰੇਕ ਕਿਸਮ ਦੇ ਸੁੱਖ ਦੁੱਖ ਵੇਲੇ ਬ੍ਰਾਹਮਣ ਦੀ ਅਗਵਾਈ ਵਿੱਚ ਹੀ ਤੁਰਨਾ ਹੁੰਦਾ ਹੈ। ਮੁਸਲਮਾਨ ਹਾਕਮ ਸਿੰਧ ਦੇ ਮੁਹੰਮਦ ਬਿਨ ਕਾਸਿਮ ਦੇ ਸਮੇਂ ਤੋਂ ਹੀ ਬ੍ਰਾਹਮਣਾਂ ਨੂੰ ਖਾਸ ਰਿਆਇਤਾਂ ਦਿੰਦੇ ਆ ਰਹੇ ਸਨ। ਬ੍ਰਾਹਮਣਾਂ ਪਾਸੋਂ ਜਜ਼ੀਆ ਨਹੀਂ ਲਿਆ ਜਾਂਦਾ ਸੀ। ਇਸ ਦਾ ਕੁਦਰਤੀ ਨਤੀਜਾ ਇਹ ਨਿਕਲਦਾ ਆ ਰਿਹਾ ਸੀ ਕਿ ਰਿਆਇਤ ਲੈਣ ਵਾਲੇ ਲੋਕ ਹਾਕਮਾਂ ਦਾ ਹੱਥ ਠੋਕਾ ਬਣ ਕੇ ਆਪਣੇ ਕੌਮ ਭਾਈਆਂ ਨੂੰ ਵਧੀਕੀ ਸਹਾਰਨ ਦਾ ਹੀ ਉਪਦੇਸ਼ ਕਰਦੇ ਸਨ। ਇਸ ਤਰ੍ਹਾਂ ਕਾਇਰਤਾ ਵੱਧਦੀ ਗਈ। ਲੋਕ ਸਾਹਿਮ ਹੇਠ ਦਿਨ ਕੱਟੀ ਕਰਨ ਲੱਗ ਪਏ। ਤੀਜਾ ਕਾਂਡ, ਪੂਰਬ ਦੇਸ਼ ਵੱਲ ਜਾਣਾ। ਗੁਰੂ ਨਾਨਕ ਦੇਵ ਜੀ 38 ਸਾਲਾਂ ਦੇ ਸਨ ਜਦੋਂ ਦੁਖੀ ਦੇਸ਼ ਵਾਸੀਆਂ ਦੀ ਅਗਵਾਈ ਵਾਸਤੇ ਸੰਨ 1507 ਵਿੱਚ ਆਪ ਸੁਲਤਾਨਪੁਰ ਤੋਂ ਚੱਲੇ ਅਤੇ ਉੱਤਰ ਪ੍ਰਾਂਤ, ਬਿਹਾਰ, ਅਸਾਮ, ਬੰਗਾਲ, ਉੜੀਸਾ, ਮੱਧ ਪ੍ਰਾਂਤ, ਮਦਰਾਸ, ਬੰਬਈ, ਰਾਜਸਥਾਨ ਵਿੱਚੋਂ ਦੀ ਹੋ ਕੇ 8 ਸਾਲਾਂ ਦਾ ਲੰਮਾ ਚੱਕਰ ਕੱਟ ਕੇ ਪੰਜਾਬ ਮੁੜੇ ਸਨ। ਥਾਂ ਕਈ ਇਲਾਕਿਆਂ ਵਿੱਚ ਸਿੱਖ ਧਰਮ ਦੇ ਪ੍ਰਚਾਰ ਕੇਂਦਰ ਕਾਇਮ ਕੀਤੇ, ਜਿਸ ਕਰਕੇ ਅਨੇਕਾਂ ਬੰਦੇ ਗੁਰੂ ਘਰ ਦੇ ਸ਼ਰਧਾਲੂ ਬਣਦੇ ਗਏ। ਸਿੱਖ ਇਤਿਹਾਸ ਇਸ ਨੂੰ ਗੁਰੂ ਸਾਹਿਬ ਦੀ ਪਹਿਲੀ ਉਦਾਸੀ ਦਾ ਨਾਮ ਦਿੰਦਾ ਹੈ। ਦੂਜੀ ਉਦਾਸੀ ਵਿੱਚ ਸਤਿਗੁਰੂ ਜੀ ਕਰਤਾਰਪੁਰ ਤੋਂ ਚੱਲ ਕੇ ਉੱਤਰ ਵਾਲੇ ਪਾਸੇ ਜੰਮੂ ਕਸ਼ਮੀਰ ਆਦਿਕ ਇਲਾਕਿਆਂ ਵਿੱਚ ਗਏ। ਕਰਤਾਰਪੁਰ ਪਹਿਲੀ ਉਦਾਸੀ ਖਤਮ ਹੋਣ ਤੇ ਸੰਨ 1515 ਦੇ ਅੰਤ ਵਿੱਚ ਰਾਵੀ ਦੇ ਕੰਢੇ ਵਸਾਇਆ ਗਿਆ ਸੀ। ਇਹ ਦੂਜੀ ਉਦਾਸੀ ਸਿਰਫ 1 ਸਾਲ ਦੀ ਸੀ। ਤੀਜੀ ਉਦਾਸੀ ਵਿੱਚ ਪੱਛਮੀ ਪੰਜਾਬ, ਬਹਾਵਲਪੁਰ, ਸਿੰਧ ਵਿੱਚੋਂ ਦੀ ਲੰਘ ਕੇ ਗੁਰੂ ਨਾਨਕ ਦੇਵ ਜੀ ਅਰਬ, ਫਾਰਸ, ਅਫਗਾਨਿਸਤਾਨ ਵਿੱਚੋਂ ਦੀ ਹੋ ਕੇ 3 ਸਾਲਾਂ ਪਿੱਛੋਂ ਕਰਤਾਰਪੁਰ ਮੁੜੇ ਸਨ। ਗੁਰੂ ਨਾਨਕ ਦੇਵ ਜੀ ਤੋਂ ਪਿੱਛੋਂ ਸਾਰੇ ਭਾਰਤ ਵਿੱਚ ਉਹਨਾਂ ਦੇ ਆਪਣੇ ਵਕਤ ਦੇ ਬਣੇ ਪ੍ਰਚਾਰ ਕੇਂਦਰਾਂ ਦੀ ਰਾਹੀਂ ਸਿੱਖ ਧਰਮ ਦਾ ਪ੍ਰਚਾਰ ਤਾਂ ਹੁੰਦਾ ਰਿਹਾ, ਪਰ ਵਧੇਕ ਜ਼ੋਰ ਪੰਜਾਬ ਵਿੱਚ ਹੀ ਲਾਇਆ ਗਿਆ। ਉਹ ਵੀ ਮਾਝੇ, ਮਾਲਵੇ, ਦੁਆਬੇ ਵਿੱਚ। ਉਂਝ ਹਰੇਕ ਗੁਰ ਵਿਅਕਤੀ ਆਪੋ ਆਪਣੇ ਸਮੇਂ ਉੱਗੇ ਵਿਦਵਾਨ ਅਤੇ ਉੱਚੇ ਜੀਵਨ ਵਾਲੇ ਸਿੱਖਾਂ ਨੂੰ ਪ੍ਰਚਾਰ ਵਾਸਤੇ ਭੇਜਦੇ ਰਹੇ। ਭਾਈ ਗੁਰਦਾਸ ਜੀ ਨੇ ਆਪਣੀ ਉਮਰ ਦਾ ਬਹੁਤਾ ਹਿੱਸਾ ਉੱਤਰ ਪ੍ਰਾਂਤ ਵਿੱਚ ਗੁਜ਼ਾਰਿਆ। ਭਾਈ ਅਲਮਸਤ ਜੀ ਵੀ ਉਸੇ ਪ੍ਰਾਂਤ ਵਿੱਚ ਨਾਨਕਮਤੇ ਦੇ ਇਲਾਕੇ ਵਿੱਚ ਪ੍ਰਚਾਰ ਕਰਦੇ ਰਹੇ। ਗੁਰ ਵਿਅਕਤੀਆਂ ਵਿੱਚੋਂ ਗੁਰੂ ਅਮਰਦਾਸ ਜੀ ਹਰਿਦੁਆਰ ਤੱਕ ਗਏ। ਗੁਰੂ ਹਰਗੋਬਿੰਦ ਸਾਹਿਬ ਉੱਤਰ ਪ੍ਰਾਂਤ ਵਿੱਚ ਨਾਨਕਮਤੇ ਤੱਕ ਪਹੁੰਚੇ ਅਤੇ ਉੱਤਰ ਪਾਸੇ ਜੰਮੂ ਕਸ਼ਮੀਰ ਦੇ ਇਲਾਕੇ ਵਿੱਚ ਪਹੁੰਚੇ। ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਦਿੱਲੀ ਤੱਕ ਗਏ। ਗੁਰੂ ਤੇਗ ਬਹਾਦਰ ਸਾਹਿਬ ਅਗਸਤ ਸੰਨ 1664 ਵਿੱਚ ਗੁਰੂ ਬਣੇ ਸਨ। ਉਸ ਵਕਤ ਤੱਕ ਔਰੰਗਜ਼ੇਬ ਨੇ ਧਾਰਮਿਕ ਵਿਤਕਰਾ ਸ਼ੁਰੂ ਕਰ ਦਿੱਤਾ ਸੀ। ਪੂਰਬ ਦੇਸ਼ ਵਿੱਚ ਹਿੰਦੂਆਂ ਉੱਤੇ ਸਖਤੀ ਸ਼ੁਰੂ ਹੋ ਚੁੱਕੀ ਸੀ, ਜੋ ਕਿ ਪੂਰਬੀ ਬੰਗਾਲ, ਉੜੀਸਾ ਆਦਿਕ ਵੱਲ ਖਾਸ ਜ਼ੋਰਾਂ ਤੇ ਜਾ ਪਹੁੰਚੀ ਸੀ। ਇਹ ਖਬਰਾਂ ਪੰਜਾਬ ਵਿੱਚ ਵੀ ਪਹੁੰਚ ਰਹੀਆਂ ਸਨ। ਸਹਿਮੀ ਹੋਈ ਹਿੰਦੂ ਕੌਮ ਨੂੰ
ਸਹਾਰੇ ਦੀ ਲੋੜ ਸੀ। ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਦਿਆਂ ਹੀ ਪਹਿਲਾਂ ਪੂਰਬ ਦੇਸ਼ ਦਾ ਰੁਖ ਕੀਤਾ। ਇਹਨਾਂ ਦੀ ਬਾਣੀ ਪੜ੍ਹ ਕੇ ਵੇਖੋ, ਸਾਰੀ ਹੀ ਹਿੰਦੀ ਵਿੱਚ ਹੈ। ਤਕਰੀਬਨ ਹਰੇਕ ਸ਼ਬਦ ਵਿੱਚ ਦ੍ਰੋਪਦੀ, ਗਜ, ਅਜਾਮਲ, ਧਰੂ ਆਦਿਕ ਦਾ ਹਵਾਲਾ ਦੇ ਕੇ ਨਿਰਭੈਤਾ ਦਾ ਉਪਦੇਸ਼ ਕੀਤਾ ਹੋਇਆ ਹੈ। ਇਹ ਸਾਰਾ ਉਦਮ ਸਹਿਮੇ ਹੋਏ ਪੂਰਬੀ ਹਿੰਦੂਆਂ ਵਾਸਤੇ ਹੀ ਸੀ। ਸੋ ਹਿੰਦੂ ਜਨਤਾ ਨੂੰ ਧੀਰਜ ਦੇਣ ਲਈ, ਸਿੱਖ ਧਰਮ ਦੇ ਪ੍ਰਚਾਰ ਦੇ ਕੰਮ ਨੂੰ ਵਧੇਕ ਪੱਕੇ ਪੈਰਾਂ ਤੇ ਖੜਾ ਕਰਨ ਲਈ ਅਤੇ ਦੂਰ ਦੁਰੇਡੇ ਵਸਦੇ ਸਿੱਖਾਂ ਵਿੱਚ ਸਿੱਖੀ ਜੀਵਨ ਦੀ ਰੋਹ ਤਿੱਖੀ ਕਰਨ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਪੂਰਬ ਦੇਸ਼ ਵੱਲ ਲੰਮਾ ਚੱਕਰ ਲਾਇਆ। ਪਰਿਵਾਰ ਸਮੇਤ ਹੀ ਗਏ ਸਨ। ਕੀਰਤਨੀਏ, ਰਬਾਬੀ ਅਤੇ ਕੁਝ ਹੋਰ ਉੱਘੇ ਸਿੱਖ ਵੀ ਨਾਲ ਗਏ। ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਉਸ ਸਾਰੇ ਇਲਾਕੇ ਵਿੱਚ ਸਿੱਖ ਧਰਮ ਦਾ ਪ੍ਰਚਾਰ ਹੋ ਹੀ ਰਿਹਾ ਸੀ। ਹਰੇਕ ਨਗਰ ਵਿੱਚ ਗੁਰੂ ਘਰ ਦੇ ਸ਼ਰਧਾਲੂ ਮੌਜੂਦ ਸਨ। ਇਸ ਵਾਸਤੇ ਇਸ ਗੱਲ ਦੀ ਲੋੜ ਨਹੀਂ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਵੀ ਗੁਰੂ ਨਾਨਕ ਦੇਵ ਜੀ ਵਾਂਗ ਫਕੀਰੀ ਰੰਗ ਵਿੱਚ ਇਕੱਲੇ ਹੀ ਜਾਂਦੇ। ਮਾਲਵੇ ਵਿੱਚੋਂ ਦੀ ਉਂਝ ਤਾਂ ਹਰੇਕ ਮੁਗਲ ਬਾਦਸ਼ਾਹ ਦੇ ਪਿੱਛੋਂ ਤਖਤ ਦੀ ਵਾਰਸੀ ਦਾ ਫੈਸਲਾ ਤਲਵਾਰ ਦੀ ਰਾਹੀਂ ਹੀ ਹੁੰਦਾ ਰਿਹਾ, ਪਰ ਔਰੰਗਜ਼ੇਬ ਨੂੰ ਤਖਤ ਹਾਸਲ ਕਰਨ ਲਈ ਹੋਰਨਾਂ ਨਾਲੋਂ ਵਧੇਕ ਖੂਨ ਖਰਾਬਾ ਕਰਨਾ ਪਿਆ ਸੀ, ਕਿਉਂਕਿ ਇਸ ਦੇ ਸ਼ਰੀਕ ਭਰਾ ਤਕੜੇ ਹੱਡ ਕਾਠ ਵਾਲੇ ਸਾਬਤ ਹੋਏ ਸਨ। ਇਸ ਖੂਨ ਖਰਾਬੇ ਦਾ ਬਹੁਤਾ ਭਾਰ ਪੰਜਾਬ ਉੱਤੇ ਪਿਆ ਸੀ। ਸ਼ਾਹੀ ਫੌਜਾਂ ਦੀ ਆਵਾਜਾਈ ਦੇ ਕਾਰਨ ਲੋਕਾਂ ਦੇ ਵਣਜ ਵਪਾਰ ਰੁਕ ਗਏ। ਰਾਜਗਰਦੀ ਦੇ ਪਿੱਛੇ ਪਿੱਛੇ ਕਾਲ ਨੇ ਵੀ ਆ ਮੂੰਹ ਵਿਖਾਇਆ। ਸਨ 1658 ਤੋਂ ਲੈ ਕੇ 2 ਸਾਲ ਤੱਕ ਪੰਜਾਬ ਵਿੱਚ ਵਣਜ ਵਪਾਰ ਦੇ ਸਿਲਸਿਲੇ ਰੁਕਣ ਕਰਕੇ ਅੰਨ ਦੀ ਬੜੀ ਥੁੜ ਹੋ ਗਈ। ਸਨ 1660 ਵਿੱਚ ਔੜ ਲੱਗ ਪਈ। ਇਸ ਨੇ ਲੋਕਾਂ ਦਾ ਹੋਰ ਲੱਕ ਤੋੜ ਦਿੱਤਾ। ਰਾਜਗਰਦੀ, ਕਾਲ ਅਤੇ ਔੜ ਨੇ ਪੰਜਾਬ ਵਾਸੀਆਂ ਦੇ ਆਚਰਣ ਨੂੰ ਡੇਗਣ ਵਿੱਚ ਬਹੁਤ ਮਦਦ ਕੀਤੀ। ਸਹਿਮੇ ਹੋਏ ਲੋਕ ਭਰਮਾਂ ਵਹਿਮਾਂ ਦਾ ਸ਼ਿਕਾਰ ਹੋ ਕੇ ਗੋਰ, ਗੁੱਗੇ ਆਦਿਕ ਨੂੰ ਪੂਜਣ ਲੱਗ ਪਏ। ਚੋਰੀ ਬਹੁਤ ਵੱਧ ਗਈ। ਅਣਖਹੀਨੇ ਲੋਕ ਧੀਆਂ ਦਾ ਪੈਸਾ ਲੈਣ ਲੱਗ ਪਏ। ਮਾਲਵੇ ਵਿੱਚ ਇੱਕ ਹੋਰ ਔਖਿਆਈ ਵੀ ਸੀ। ਆਲਸੀ ਲੋਕਾਂ ਦੇ ਡੂੰਘੇ ਖੂਹ ਪੁੱਟਣ ਤੋਂ ਸੰਕੋਚ ਦੇ ਕਾਰਨ ਉੱਪਰਲੀ ਤਹਿ ਦੇ ਖਾਰੇ ਪਾਣੀ ਦੇ ਹੀ ਖੂਹ ਬਹੁਤ ਥਾਈਂ ਸਨ। ਇਸ ਖਾਰੇ ਪਾਣੀ ਨਾਲ ਹੀ ਲੋਕ ਦਿਨ ਕੱਟੀ ਕਰ ਰਹੇ ਸਨ। ਰਾਜਸੀ ਗੜਬੜ ਨੇ ਲੋਕਾਂ ਦਾ ਜੀਵਨ ਬੇਸੁਆਦਾ ਬਣਾ ਦਿੱਤਾ ਹੋਇਆ ਸੀ। ਉੱਚੇ ਸੁੱਚੇ ਜੀਵਨ ਵਿੱਚੋਂ ਦਿਲਚਸਪੀ ਆਮ ਤੌਰ ਤੇ ਘਟੀ ਹੋਈ ਸੀ। ਅਜਿਹੀ ਨਿਗਰੀ ਹੋਈ ਦਸ਼ਾ ਸਮੇਂ ਰੋਜ਼ਾਨਾ ਦੁੱਖਾਂ ਕਲੇਸ਼ਾਂ ਨੂੰ ਭੁਲਾਉਣ ਲਈ ਲੋਕ ਨਸ਼ਿਆਂ ਦਾ ਆਸਰਾ ਲੈਂਦੇ ਸਨ। ਤੰਬਾਕੂ ਹੋਰ ਸਾਰੇ ਨਸ਼ਿਆਂ ਨਾਲੋਂ ਸਸਤੀ ਚੀਜ਼ ਹੈ। ਸਾਹ ਸਤਹੀਣੇ ਅਤੇ ਆਲਸੀ ਲੋਕ ਆਮ ਤੌਰ ਤੇ ਤੰਬਾਕੂ ਦੇ ਆਸਰੇ ਵੇਲਣਾ ਵਾਲਾ ਜੀਵਨ ਗੁਜ਼ਾਰਦੇ ਹਨ। ਇਹ ਸੀ ਉਹਨਾਂ ਦਿਨੀ ਪੰਜਾਬ ਦੀ ਆਮ ਹਾਲਤ। ਜਿਵੇਂ ਗੁਰੂ ਅਰਜਨ ਸਾਹਿਬ ਨੇ ਕਾਲ ਸਮੇਂ ਅਤੇ ਔੜ ਦੇ ਸਮੇਂ ਮਾਝੇ ਵਿੱਚ ਖਾਸ ਜ਼ੋਰ ਲਾਇਆ ਸੀ, ਤਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਮਾਲਵੇ ਅਤੇ ਬਾਂਗਰ, ਕੈਥਲ, ਕਰਨਾਲ ਦੇ ਆਸ-ਪਾਸ ਦੇ ਇਲਾਕੇ ਵਿੱਚ ਲੋਕਾਂ ਦੀ ਆਰਥਿਕ ਅਤੇ ਸਦਾਚਾਰਕ ਹਾਲਤ ਸੁਧਾਰਨ ਵੱਲ ਖਾਸ ਧਿਆਨ ਦਿੱਤਾ। ਸਿੱਖ ਕੌਮ ਦੀ ਦਸਵੰਧ ਦੀ ਭੇਟਾ ਨੇ ਗਰੀਬ ਲੋਕਾਂ ਨੂੰ ਬਹੁਤ ਢਾਲਸ ਦਿੱਤੀ। ਮੂਲੋਵਾਲ, ਆਨੰਦਪੁਰ ਤੋਂ ਚੱਲ ਕੇ ਘਨੌਲੀ, ਰੋਪੜ, ਦਾਦੂ ਮਾਜਰਾ, 9 ਲੱਖਾ, ਲੰਗ ਆਦਿਕ ਪਿੰਡਾਂ ਵਿੱਚੋਂ ਦੀ ਹੋ ਕੇ ਸਤਿਗੁਰੂ ਜੀ ਪਿੰਡ ਮੂਲੋਵਾਲ ਪਹੁੰਚੇ।
ਇੱਥੇ 5 ਦਿਨ ਟਿਕਾਣਾ ਕੀਤੋ। ਪਿੰਡ ਦਾ ਹੀ ਖਾਰਾ ਪਾਣੀ ਸੀ। ਸਤਿਗੁਰੂ ਜੀ ਦੀ ਹਦਾਇਤ ਅਤੇ ਮਾਇਕ ਸਹਾਇਤਾ ਦੀ ਬਰਕਤ ਨਾਲ ਡੂੰਘੇ ਪੁੱਟੇ ਖੂਹਾਂ ਵਿੱਚੋਂ ਮਿੱਠਾ ਪਾਣੀ ਨਿਕਲਿਆ। ਇੱਥੇ ਹੁਣ ਗੁਰਦੁਆਰਾ ਹੈ ਜੋ ਮਹਾਰਾਜ ਕਰਮ ਸਿੰਘ ਨੇ ਸੰਨ 1882 ਸੰਮਤ 1882 ਸੰਨ 1825 ਵਿੱਚ ਬਣਾਇਆ ਸੀ। ਸਰਵਰੀਏ ਮੂਲੋਵਾਲ ਤੋਂ ਫਰਵਾਹੀ, ਹੰਡਾਇਆ, ਪੰਧੇਹਰ, ਖੀਵਾ, ਭੀਖੀ ਆਦਿਕ ਪਿੰਡਾਂ ਵਿੱਚ ਸਤਿਗੁਰੂ ਜੀ ਨੇ ਲੋੜ ਅਨੁਸਾਰ ਟਿਕਾਣਾ ਕੀਤਾ। ਪੰਜਾਬ ਵਿੱਚ ਜਿਹੜੇ ਹਿੰਦੂ ਮੁਸਲਮਾਨ ਹੋਣ ਤੋਂ ਬਚੇ ਰਹੇ ਸਨ, ਉਹ ਕਈ ਮੁਸਲਮਾਨ ਪੀਰਾਂ ਫਕੀਰਾਂ ਦੇ ਚੇਲੇ ਬਣੇ ਹੋਏ ਸਨ। ਬਹੁਤੀ ਗਿਣਤੀ ਸੁਲਤਾਨ ਦੇ ਮੁਰੀਦਾਂ ਦੀ ਸੀ ਜੋ ਸਰਵਰੀਏ ਅਖਵਾਉਂਦੇ ਸਨ। ਇਹ ਲੋਕ ਆਪਣੇ ਪੀਰ ਸੁਲਤਾਨ ਨੂੰ ਸਖੀ ਸਰਵਰ ਦੇ ਨਾਮ ਦੇ ਨਾਲ ਯਾਦ ਕਰਦੇ ਸਨ। ਸੁਲਤਾਨ ਮੁਸਲਮਾਨ ਫਕੀਰ ਸੀ। ਮੁਲਤਾਨ ਦੇ ਲਾਗੇ ਇੱਕ ਪਿੰਡ ਦਾ ਰਹਿਣ ਵਾਲਾ ਆਪਣੇ ਮਸੀਰ ਭਰਾਵਾਂ ਦੇ ਵਿਰੋਧ ਦੇ ਕਾਰਨ ਸੁਲਤਾਨ ਉੱਥੋਂ ਵਜ਼ੀਰਾਬਾਦ ਦੇ ਨੇੜੇ ਧੌਂਕ ਲਾ ਗਿਆ। ਉੱਥੋਂ ਵੀ ਉਸ ਨੂੰ ਡੇਰਾ ਇਸਮਾਇਲ ਖਾਂ ਦੇ ਜ਼ਿਲ੍ਹੇ ਵਿੱਚ ਨੂਰਪੁਰ ਜਾਣਾ ਪੈ ਗਿਆ, ਜਿੱਥੇ ਉਸ ਦੇ ਮੁੱਢਲੇ ਵੈਰੀਆਂ ਨੇ ਆ ਕੇ ਉਸ ਨੂੰ ਮਾਰ ਦਿੱਤਾ ਸੀ। ਭਰਾਈ ਦੇ ਲੋਕਾਂ ਦੀ ਰਾਹੀਂ ਪੰਜਾਬ ਦੇ ਅਨੇਕਾਂ ਹਿੰਦੂ ਜੱਟ ਉਸ ਦੇ ਮੁਰੀਦ ਬਣੇ। ਇਹਨਾਂ ਲੋਕਾਂ ਨੂੰ ਇਸਲਾਮੀ ਅਸਰ ਹੇਠੋਂ ਕੱਢਣ ਲਈ ਕਰਤਾਰਪੁਰ, ਰਾਵੀ ਦੇ ਕੰਢੇ, ਖਡੂਰ, ਗੋਇੰਦਵਾਲ, ਅੰਮ੍ਰਿਤਸਰ ਅਤੇ ਕੀਰਤਪੁਰ ਪ੍ਰਚਾਰ ਕੇਂਦਰ ਬਣਾਏ ਗਏ ਸਨ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹਰੇਕ ਗੁਰੂ ਸਾਹਿਬ ਨੇ ਇਸ ਕੰਮ ਵੱਲ ਖਾਸ ਧਿਆਨ ਦਿੱਤਾ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਮਾਲਵੇ ਵਿੱਚੋਂ ਲੰਘਦਿਆਂ ਇਹਨਾਂ ਲੋਕਾਂ ਨੂੰ ਗੋਰ ਗੁੱਗਾ ਆਦਿਕ ਪੂਜਣ ਤੋਂ ਵਰਜ ਕੇ ਇੱਕ ਅਕਾਲ ਪੁਰਖ ਦੀ ਭਗਤੀ ਦਾ ਰਾਹ ਦੱਸਿਆ। ਸਾਬੋ ਕੀ ਤਲਵੰਡੀ, ਭੀਖੀ ਤੋਂ ਅਗਾਂਹ ਪਿੰਡ ਦਲੇਓ, ਅਲੀ ਸ਼ੇਰ, ਖਿਆਲਾ, ਮੋੜ, ਮਾਈਸਰ ਖਾਨਾ ਆਦਿਕ ਤੋਂ ਹੁੰਦੇ ਹੋਏ ਸਤਿਗੁਰੂ ਜੀ ਸਾਬੋ ਕੀ ਤਲਵੰਡੀ ਅੱਪੜੇ। ਇੱਥੇ ਗੁਰਦੁਆਰਾ ਦਮਦਮਾ ਸਾਹਿਬ ਹੈ। ਤਲਵੰਡੀ ਵਿੱਚ ਸਤਿਗੁਰੂ ਜੀ ਕਈ ਦਿਨ ਟਿਕੇ। ਇੱਥੋਂ ਅਗਾਂਹ ਧਰਮੂ ਦਾ ਕੋਟ, ਬਛੋਆਣਾ, ਗੋਬਿੰਦਪੁਰਾ, ਸੰਘੇੜੀ ਤੇ ਗੁਰਨਾ ਆਦਿਕ ਪਿੰਡਾਂ ਵਿੱਚੋਂ ਦੀ ਲੰਘੇ। ਜਿੱਥੇ ਜਿੱਥੇ ਵੀ ਸਤਿਗੁਰੂ ਜੀ ਜਾਂਦੇ ਸਨ, ਲੋਕਾਂ ਨੂੰ ਮੰਦ ਕਰਮਾਂ ਵੱਲੋਂ ਰੋਕਦੇ ਸਨ। ਚੋਰੀ ਕਰਨੀ, ਧੀਆਂ ਦਾ ਪੈਸਾ ਲੈਣਾ, ਅਜਿਹੇ ਕਈ ਕੁਕਰਮਾਂ ਤੋਂ ਬਚਣ ਲਈ ਉਪਦੇਸ਼ ਕੀਤਾ। ਬੰਗਲਾਦੇਸ਼, ਕਰਨਾਲ, ਰੋਹਤਕ, ਹਿਸਾਰ ਦੇ ਜ਼ਿਲ੍ਹੇ, ਭਾਈ ਮੀਹਾਂ ਕਈ ਪਿੰਡਾਂ ਵਿੱਚੋਂ ਦੀ ਹੁੰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਧਮਧਾਨ ਪਹੁੰਚੇ। ਧਮਧਾਨ ਹੁਣ ਰੇਲ ਦਾ ਸਟੇਸ਼ਨ ਹੈ, ਪਟਿਆਲੇ ਦੀ ਤਹਿਸੀਲ ਨਰਵਾਣਾ ਵਿੱਚ। ਇਸ ਦੇਸ਼ ਯਾਤਰਾ ਵਿੱਚ ਇੱਕ ਸਿੱਖ ਭਾਈ ਰਾਮਦੇਵ ਜਥੇ ਦੇ ਨਾਲ ਰਿਹਾ। ਪਾਣੀ ਦੀਆਂ ਮਸ਼ਕਾਂ ਭਰ ਭਰ ਕੇ ਲਿਆਉਣ ਅਤੇ ਸਭ ਨੂੰ ਪਿਆਉਣ ਅਤੇ ਇਸ਼ਨਾਨ ਦੀ ਸੇਵਾ ਕਰਦਾ ਸੀ। ਲੰਗਰ ਵਿੱਚ ਵੀ ਗਾਗਰਾਂ ਭਰ ਕੇ ਲੈ ਜਾਂਦਾ ਅਤੇ ਡੇਰੇ ਵਿੱਚ ਲੋੜ ਅਨੁਸਾਰ ਛਿੜਕਾਓ ਵੀ ਕਰਦਾ ਸੀ। ਧਮਧਾਨ ਅੱਪੜ ਕੇ ਸਤਿਗੁਰੂ ਜੀ ਨੇ ਉਸ ਦੀ ਸੇਵਾ ਤੇ ਪ੍ਰਸੰਨ ਹੋ ਕੇ ਉਸ ਦਾ ਨਾਮ ਭਾਈ ਮੀਹਾਂ ਰੱਖਿਆ ਅਤੇ ਉਸ ਨੂੰ ਪੂਰਬ ਦੇਸ਼ ਵੱਲ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਭੇਜ ਦਿੱਤਾ। ਸੋ ਮੁਰਾਦਾਬਾਦ, ਲਖਨਊ, ਬਾਰਾਬੰਕੀ, ਨਵਾਬਗੰਜ ਆਦਿਕ ਦੇ ਇਲਾਕਿਆਂ ਵਿੱਚ ਮੀਹਾਂ ਸਾਹਿਬ ਦੇ ਉਪਦੇਸ਼ ਦੇ ਨਾਲ ਬਣੇ ਹੋਏ ਬਥੇਰੇ ਸਿੱਖ ਵਸਦੇ ਹਨ। ਇਸ ਦੀ ਸੰਪਰਦਾਇ ਦੇ ਉਦਾਸੀ ਸਾਧੂ ਮੀਹਾਂ ਸ਼ਾਹੀ ਅਤੇ ਮੀਹਾਂ ਦਾਸੀਏ ਅਖਵਾਉਂਦੇ ਹਨ। ਪਟਿਆਲੇ ਵਿੱਚ ਬਾਬਾ ਮਗਨੀ ਰਾਮ ਜੀ ਦਾ, ਲਖਨਊ ਵਿੱਚ ਬਾਬਾ ਗੁਰਨਾਰਾਇਣ ਜੀ ਦਾ ਅਤੇ ਸਿੰਧ ਵਿੱਚ ਸਾਧ ਬੇਲਾ ਮੀਹਾਂ ਸ਼ਾਹੀਆਂ ਦਾ ਪਵਿੱਤਰ ਅਸਥਾਨ ਹਨ। ਕੁਰਖੇਤਰ, ਧਮਧਾਨ ਤੋਂ ਸਤਿਗੁਰੂ ਜੀ
पिंड खरक खटकड़ टेक हुंदे होए कैंथल अपड़े। इत्थों चल के बारने पिंड ते बारने तो थनेसर शहर पहुंचे। लोकां नूं चोरी गोर गुग्गे दी पूजा ਅਤੇ ਤਮਾਕੂ ਪੀਣ ਤੋਂ ਵਰਜ ਕੇ ਖਲਕਤ ਦੀ ਸੇਵਾ ਅਤੇ ਪਰਮਾਤਮਾ ਦੀ ਭਗਤੀ ਦਾ ਉਪਦੇਸ਼ ਦਿੱਤਾ। ਭਾਰਤ ਵਿੱਚ ਤਮਾਕੂ ਪੀਣ ਦੀ ਮੰਦੀ ਬਾਣ ਬਹੁਤ ਵੱਧ ਰਹੀ ਸੀ। ਇਸ ਦੇਸ਼ ਵਿੱਚ ਇਹ ਚੀਜ਼ ਅਜੇ ਨਵੀਂ ਨਵੀਂ ਹੀ ਆਈ ਸੀ, ਸਸਤੀ ਵੀ ਸੀ। ਇਸ ਵਾਸਤੇ ਲੋਕ ਇਸ ਨੂੰ ਬਹੁਤ ਵਰਤਣ ਲੱਗ ਪਏ ਸਨ। ਹੋਰ ਨਸ਼ਿਆਂ ਤੋਂ ਇਲਾਵਾ ਇਸ ਨਵੀਂ ਵੱਧ ਰਹੀ ਬੁਰਾਈ ਨੂੰ ਰੋਕਣ ਦਾ ਖਾਸ ਯਤਨ ਕਰਨਾ ਪਿਆ। ਗੁਰੂ ਨਾਨਕ ਦੇਵ ਜੀ ਵੀ ਪਹਿਲੀ ਉਦਾਸੀ ਸਮੇਂ ਥਨੇਸਰ ਆਏ ਸਨ। ਸੂਰਜ ਗ੍ਰਹਿਣ ਦੇ ਮੌਕੇ ਤੇ ਕੁਰਖੇਤਰ ਲੱਖਾਂ ਹਿੰਦੂ ਯਾਤਰੂ ਆਉਂਦੇ ਹਨ। ਸਤਿਗੁਰੂ ਜੀ ਗ੍ਰਹਿਣ ਸਮੇਂ ਹੀ ਪਹੁੰਚੇ ਸਨ। ਗੁਰੂ ਤੇਗ ਬਹਾਦਰ ਸਾਹਿਬ ਵੀ ਸੂਰਜ ਗ੍ਰਹਿਣ ਦੇ ਮੌਕੇ ਤੇ ਹੀ ਗਏ ਅਤੇ ਗੁਰੂ ਨਾਨਕ ਦੇਵ ਜੀ ਦਾ ਜੀਵਨ ਰਸਤਾ ਲੋਕਾਂ ਨੂੰ ਮੁੜ ਸਮਝਾਇਓ ਨੇ। ਥਨੇਸਰ ਤੋਂ ਬਣੀ ਬਦਰ ਕੜਾ ਮਾਨਕਪੁਰ ਪਹੁੰਚੇ। ਕੜੇ ਮਾਨਕਪੁਰ ਇੱਕ ਜੋਗੀ ਰਾਜ ਮਲੂਕ ਦਾਸ ਰਹਿੰਦਾ ਸੀ। 5 ਦਿਨ ਉਸ ਦੇ ਪਾਸ ਰਹੇ। ਉਹ ਸ਼ਰਧਾਵਾਨ ਬਣਿਆ। ਜੀਵਨ ਵਰਤਾਂਤ ਗੁਰੂ ਤੇਗ ਬਹਾਦਰ ਸਾਹਿਬ ਭਾਗ ਦੂਜਾ। ਲੇਖਕ ਪ੍ਰੋਫੈਸਰ ਸਾਹਿਬ ਸਿੰਘ ਜੀ। ਆਵਾਜ਼ ਸੰਦੀਪ ਸਿੰਘ ਖਾਲੜਾ। ਬਾਕੀ ਅਗਲੇ ਭਾਗ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।